ਨੰਬਰ ਦੀ ਪਾਰਟੀ ਸੀ, ਪਹਿਲੇ ਸੀ ਅਕਾਲੀ ਦਲ ਬਾਦਲ, ਦੂਜੀ ਸਰਨਾ ਪਾਰਟੀ, ਦੂਜੀ ਤੁਹਾਡੇ ਰਿਸ਼ੜ ਹੋਈ ਸੀ। ਹਾਂ ਹਾਂ ਮਗਰ ਤੀਜੀ ਰਿਸ਼ੜ, ਚੌਥੀ ਰਿਸ਼ੜ ਹੋਈ ਜਾਗੋ ਪਾਰਟੀ, ਉਹ ਤਾਂ ਕਾਫੀ ਅੱਗੇ ਨਜ਼ਰ ਆ ਰਹੀ, ਤੁਹਾਡੀ ਪਿੱਛੇ ਉਹ ਤੁਹਾਡੇ ਵਾਤਾਵਰਣ ਚ ਅੱਗੇ ਨਜ਼ਰ ਆ ਰਹੀ, ਫੀਲਡ ਚ ਨਹੀਂ। ਫੀਲਡ ਚ ਅਸੀਂ ਨਜ਼ਰ ਆਵਾਂਗੇ, ਤੁਸੀਂ ਦੇਖਦੇ ਰਹੋ ਬਸ। ਅਨਾਉਂਸਮੈਂਟ ਹੀ ਅੱਜ ਕੀਤੀ ਨਹੀਂ ਦੇਖੀ ਜਾ ਪਰ ਛੇੜੀ ਨਾ। ਪਹਿਲੇ ਅੱਜ 6-7 ਮਹੀਨੇ ਤੇ ਜੇ ਰਹਿੰਦੇ ਇਲੈਕਸ਼ਨ ਚ, ਇਹ ਤੋਂ ਪਹਿਲਾਂ ਹੁਣ ਕਿੰਨਾ ਖਾ ਜੀਏ। 10,000 ਦੇ ਹਲਕੇ ਚੋਂ 40% ਪੋਲਿੰਗ ਹੋਈ, 4,000 ਹੋ ਗਈ, 5-5 ਉਮੀਦਵਾਰ ਖੜੇ ਹੋ ਗਏ। ਤੇ ਹਰੇਕ ਪਾਰਟੀ ਦਾ ਜਿਹੜਾ MC ਆ ਉਹ ਇੱਕ ਬੋਤਲ ਤੇ ਇੱਕ ਮੁਰਗੇ ਦੀ ਟੰਗ ਤੇ ਨਾਲ ਉਹ ਖਾਣ ਪੀਣ ਲਈ ਤੇ ਨਾਲ ਸ਼ਰਾਬ ਦੀ ਬੋਤਲ ਤੇ ਪੈਸੇ 500 ਰੁਪਇਆ ਘਰ ਘਰ ਪਹੁੰਚਾ ਦੇਵੇ, ਤਾਂ ਘੱਟੋ ਘੱਟ 500-700 ਵੋਟ ਤੇ ਲੈ ਹੀ ਜਾਂਦਾ। ਜਿਹੜਾ 500-700 ਵੋਟ ਦਾ ਫਰਕ ਪਾ ਗਿਆ ਉਹ ਜਿੱਤ ਗਿਆ। ਉਸ ਤੋਂ ਇਲਾਵਾ ਅਸੀਂ ਆਪਣੀ ਟੀਮ ਨੂੰ ਇਹ ਤੈਅ ਕਰ ਦਿੱਤਾ ਕਿ ਅਸੀਂ ਸਾਡੀ ਟੀਮ 'ਚ ਕੋਈ ਵੀ ਇਹੋ ਜਿਹਾ ਮੈਂਬਰ ਨਹੀਂ ਹੋਊਗਾ ਜਿਹੜਾ ਰਾਜਸੀ ਇੱਛਾ ਦੀ ਪੂਰਤੀ ਲਈ ਧਰਮ ਨੂੰ ਕੁਰਬਾਨ ਕਰੂਗਾ। ਪੈਸਾ ਗੁਰੂ ਦਾ ਕਿੱਥੇ ਗਿਆ ਇਹਦਾ ਕੋਈ ਸਮਝ ਨਹੀਂ ਆਉਂਦੀ। ਇਹ ਸਿਧਾਂਤ ਸਾਡੇ ਜਿਹੜੇ ਗੁਰੂ ਗ੍ਰੰਥ ਤੇ ਗੁਰੂ ਪੰਥ ਦਾ ਸਿਧਾਂਤ ਸੀ ਉਹ ਅੱਜ ਰੁਲ ਗਿਆ, ਤੇ ਰੋਲਿਆ ਸਾਡੇ ਲੀਡਰਾਂ ਨੇ, ਜਿਨ੍ਹਾਂ ਦਾ ਪ੍ਰਬੰਧਕ ਕਮੇਟੀ ਦਿੱਲੀ ਤੇ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਤੇ ਕਬਜ਼ਾ। ਜਿਹੜੇ ਸ਼ਰਾਬ ਪਿਲਾਉਂਦੇ ਨੇ 1.25 ਲੱਖ ਦੀ ਵਰਤਾਉਂਦੇ ਸ਼ਰਾਬ ਰੋਜ਼, ਤੇ ਘੱਟੋ ਘੱਟ 2-2 3-3 ਮੈਂਬਰ ਤੇ ਹੁੰਦੇ ਹੀ ਆ ਜਿਹੜੇ ਵਰਤਾਉਂਦੇ ਆ। ਹਾਂਜੀ, ਬਾਦਲ ਦਲ। ਜਿਸ ਤਰ੍ਹਾਂ ਪਿਛਲੀਆਂ ਇਲੈਕਸ਼ਨਾਂ ਦੇ ਵਿੱਚ ਰਿਜ਼ਲਟ ਆਏ ਨੇ 35-36 ਜਾਂ 40% ਤੱਕ ਹੀ ਪੋਲਿੰਗ ਹੁੰਦੀ ਆ, ਇਹ ਉਸ ਤਰ੍ਹਾਂ ਨਹੀਂ ਹੋਣਾ ਚਾਹੀਦਾ। 60% ਪੋਲਿੰਗ ਹੋਣੀ ਚਾਹੀਦੀ ਹੈ ਜਿਸ ਤਰ੍ਹਾਂ ਘੱਟੋ ਘੱਟ ਵਿਧਾਨ ਸਭਾ ਤੇ ਲੋਕ ਸਭਾ ਲਈ ਹੁੰਦੀ ਹੈ। ਕੋਈ ਟਾਈਮ ਸੀ ਕਿ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਐਡਮਿਸ਼ਨ ਕਰਾਉਣ ਵਾਸਤੇ ਲੋਕ ਸਾਨੂੰ ਹੱਥ ਜੋੜਦੇ ਸਨ। ਅੱਜ ਉਸ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਲੋਕ ਪਿਕਨਿਕ ਮਨਾ ਕੇ ਵੀ ਰਾਜ਼ੀ ਨਹੀਂ ਨੇ। ਸਾਡਾ ਕੋਈ ਪੈਰਾਸ਼ੂਟ ਵਾਲਾ ਕੈਂਡੀਡੇਟ ਨਹੀਂ ਹੋਏਗਾ ਜਿਹੜਾ ਉੱਤੋਂ ਆ ਕੇ ਡਿੱਗੇਗਾ। ਸੰਗਤ ਆਪ ਚੁਣੇ ताकि कल अगर वो हेरा फेरी करे या गलत करे तो संगत आप उन्हें खिंच के करे। आप देख रहे हैं वॉइस ऑफ इंडिया खबर दिल्ली से। दिल्ली सिख गुरुद्वारा प्रबंधक कमेटी के चुनाव नजदीक आते देख कई नई पुरानी पार्टियां सियासी मैदान में उतर आई हैं। इसी में नई पार्टी है जत्थेदार रणजीत सिंह की पंथक अकाली लहर, जिसने पिछली बार भी कुछ सीटों पर चुनाव लड़ा था और 3 सीटें भी जीती थी, मगर विपक्ष की कोई बड़ी भूमिका निभाने में नाकाम रही थी। अब दोबारा चुनाव आने वाले हैं तो पार्टी ने इस बार सभी 46 सीटों पर अपने उम्मीदवार उतारने के फैसला किया है। जहां पार्टी ने प्रेस कॉन्फ्रेंस कर बड़े बड़े दावे किए हैं, वहीं अब देखना ये है कि क्या पंथक अकाली लहर इस बार कोई बदलाव करती है या इस बार भी सिर्फ वोट कटुआ पार्टी बनकर चुनाव में उभरेगी। आइए सुनते हैं। ਅੱਜ ਤੁਹਾਡੀ ਚਰਨਾਂ 'ਚ ਹਾਜ਼ਰੀ ਲਵਾ ਰਹੇ ਜੀ ਅਸੀਂ ਇਸ ਕਰਕੇ ਕਿਉਂਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨਾਂ ਵਾਸਤੇ ਜਿਹੜੇ 4-5 ਮਹੀਨਿਆਂ ਨੂੰ 6 ਮਹੀਨਿਆਂ ਨੂੰ ਹੋ ਸਕਦੇ ਨੇ, ਉਹਦੇ ਵਾਸਤੇ ਅਸੀਂ ਪੰਥਕ ਅਕਾਲੀ ਲਹਿਰ ਦੀ ਜਿਹੜੀ ਦਿੱਲੀ ਸਟੇਟ ਦੀ ਯੂਨਿਟ ਆ ਉਹਨੂੰ ਤਿਆਰ ਕਰਕੇ ਤੇ ਫੀਲਡ ਦੇ ਵਿੱਚ ਛੱਡ ਰਹੇ ਹਾਂ। ਤੇ ਸਿੱਖ ਕੌਮ ਨੂੰ ਇਹ ਬੇਨਤੀ ਕਰ ਰਹੇ ਹਾਂ ਕਿ ਇਹ ਜਿਹੜੀ ਇਲੈਕਸ਼ਨ ਆ, ਇਲੈਕਸ਼ਨ ਬੜੀ ਮਹੱਤਵਪੂਰਨ ਆ। ਇਸ ਇਲੈਕਸ਼ਨ ਨੂੰ ਤੁਸੀਂ ਆਪ ਲੜਨਾ ਸਾਰਿਆਂ ਨੇ ਪੇਨ ਲੈ ਕੇ। ਜਿਸ ਤਰ੍ਹਾਂ ਪਿਛਲੀਆਂ ਇਲੈਕਸ਼ਨਾਂ ਦੇ ਵਿੱਚ ਰਿਜ਼ਲਟ ਆਏ ਨੇ 35-36 ਜਾਂ 40% ਤੱਕ ਹੀ ਪੋਲਿੰਗ ਹੁੰਦੀ ਆ, ਇਹ ਉਸ ਤਰ੍ਹਾਂ ਨਹੀਂ ਹੋਣਾ ਚਾਹੀਦਾ। 60% ਪੋਲਿੰਗ ਹੋਣੀ ਚਾਹੀਦੀ ਹੈ ਜਿਸ ਤਰ੍ਹਾਂ ਘੱਟੋ ਘੱਟ ਵਿਧਾਨ ਸਭਾ ਤੇ ਲੋਕ ਸਭਾ ਲਈ ਹੁੰਦੀ ਹੈ। ਇਹ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਦਾ ਖਾਲਸਾ ਧਰਮ ਆ, ਉਹਦੇ ਨਾਲ ਜੁੜੀਆਂ ਹੋਈਆਂ ਸਾਡੀਆਂ ਸੰਸਥਾਵਾਂ ਨੇ। ਤੇ ਦਿੱਲੀ ਪ੍ਰਬੰਧਕ ਕਮੇਟੀ ਦੇ ਗੁਰਦੁਆਰੇ ਸਾਡੇ ਪੁਰਾਤਨ ਸਾਡੇ ਪੂਰਵਜਾਂ ਨੇ ਸਿੱਖਾਂ ਨੇ ਲਾਲ ਕਿਲੇ ਤੇ ਕਬਜ਼ਾ ਕਰਕੇ ਤੇ ਉਸ ਟਾਈਮ ਦੇ ਬਾਦਸ਼ਾਹ ਤੋਂ ਮਨਵਾਏ ਸੀ, ਜਿਹੜੀਆਂ ਸਾਡੀਆਂ ਥਾਵਾਂ ਖਾਲੀ ਕਰਵਾਈਆਂ ਸੀ, ਤੇ ਉਸ ਟਾਈਮ ਦੇ ਇਹ ਸਾਡੇ ਮੁਕਾਮ ਬਣੇ ਹੋਏ ਨੇ। ਤੇ ਇੱਥੋਂ ਸਾਨੂੰ ਇਹ ਸਾਡੀ ਜ਼ਿੰਦਗੀ ਦੇ ਸੋਮੇ ਨੇ। ਇਹ ਸਾਡੀ ਜ਼ਿੰਦਗੀ ਦੇ ਸੋਮੇ ਹੋਣ ਦੇ ਨਾਲ ਨਾਲ ਗਰੀਬ ਬੱਚਿਆਂ ਦਾ ਇੱਕ ਆਸਰਾ, ਜਿੱਥੇ ਗਰੀਬ ਬੱਚਿਆਂ ਦੀ ਐਜੂਕੇਸ਼ਨ ਲਈ ਇਹਦੀ ਗੋਲਕ ਦੀ ਵਰਤੋਂ ਹੋਣੀ ਚਾਹੀਦੀ ਸੀ। ਇੱਕ ਗਰੀਬ ਕੋਈ ਵਿਧਵਾ ਹੋ ਜਾਵੇ, ਬੀਬੀ ਬੇਸਹਾਰਾ ਹੋ ਜਾਵੇ, ਉਹਦਾ ਆਸਰਾ ਗੁਰੂ ਦੀ ਗੋਲਕ ਬਣਨੀ ਚਾਹੀਦੀ ਸੀ। ਇੱਕ ਕੋਈ ਬਿਮਾਰ ਹੋਵੇ
ਬੇਆਸਰਾ ਹੋਵੇ, ਉਸ ਦੇ ਇਲਾਜ ਲਈ ਇਹ ਗੁਰੂ ਦੀ ਗੋਲਕ ਜਿਹੜੀ ਆ ਆਸਰਾ ਬਣਨੀ ਚਾਹੀਦੀ ਸੀ। ਇੱਕ ਕਿਤੋਂ ਵੀ ਆਲ ਓਵਰ ਵਰਲਡ ਚੋਂ ਕੋਈ ਯਾਤਰੂ ਆਵੇ ਤਾਂ ਉਹਨੂੰ ਰਾਤ ਨੂੰ ਰਹਿਣ ਲਈ ਥਾਂ ਮਿਲਦੀ, ਉਹਨੂੰ ਸਾਫ ਸੁਥਰਾ ਪ੍ਰਸ਼ਾਦਾ ਮਿਲਦਾ ਛਕਣ ਲਈ। ਇਹ ਅਰੇਂਜ ਹੋਣੇ ਚਾਹੀਦੇ ਸਨ, ਪਰ ਇਸ ਦੇ ਉਲਟ ਸਾਡੀ ਪ੍ਰਬੰਧਕ ਕਮੇਟੀ ਅੱਜ ਸਖਣੀ ਹੋਈ ਪਈ ਆ। ਸਾਡੀਆਂ ਜਾਇਦਾਦਾਂ ਵੀ ਮੁਕੰਮਲ ਪੂਰੀਆਂ ਨਹੀਂ, ਘਟੀਆਂ ਨੇ। ਪੈਸਾ ਗੁਰੂ ਦਾ ਕਿੱਥੇ ਗਿਆ ਇਹਦਾ ਕੋਈ ਸਮਝ ਨਹੀਂ ਆਉਂਦੀ। ਇਹ ਸਿਧਾਂਤ ਸਾਡੇ ਜਿਹੜੇ ਗੁਰੂ ਗ੍ਰੰਥ ਤੇ ਗੁਰੂ ਪੰਥ ਦਾ ਸਿਧਾਂਤ ਸੀ ਉਹ ਅੱਜ ਰੁਲ ਗਿਆ, ਤੇ ਰੋਲਿਆ ਸਾਡੇ ਲੀਡਰਾਂ ਨੇ, ਜਿਨ੍ਹਾਂ ਦਾ ਪ੍ਰਬੰਧਕ ਕਮੇਟੀ ਦਿੱਲੀ ਤੇ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਤੇ ਕਬਜ਼ਾ। ਤੋ ਮੈਂ ਸਮੁੱਚੀ ਸੰਗਤ ਨੂੰ ਇਹ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਇਹ ਸਾਰਾ ਕੁਝ ਸਾਡੇ ਬੱਚਿਆਂ ਦੇ ਭਵਿੱਖ ਦੀ ਜ਼ਰੂਰਤ ਆ ਕਿ ਇਹ ਸੰਸਥਾਵਾਂ ਇਸ ਸਾਡੀ ਜ਼ਿੰਦਗੀ ਦੇ ਸੋਮੇ ਬਚਣ, ਗੁਰੂ ਨਾਨਕ ਦਾ ਮਿਸ਼ਨ ਤੇ ਦਸਮ ਪਾਤਸ਼ਾਹ ਦੇ ਖਾਲਸਾਈ ਨਿਸ਼ਾਨ ਝੂਲਦੇ ਰਹਿਣ, ਤੇ ਇਹ ਸਾਡੇ ਪਰਉਪਕਾਰ ਜਿਹੜੇ ਗੁਰੂ ਨਾਨਕ ਸਾਹਿਬ ਨੇ 550 ਸਾਲ ਪਹਿਲਾਂ ਸਾਡੇ ਤੇ ਕੀਤੇ ਉਹ ਸਾਨੂੰ ਉਹਨਾਂ ਦਾ ਲਾਭ ਮਿਲਦਾ ਰਹੇ। ਸਾਡੀ ਪ੍ਰਮਾਤਮਾ ਤੋਂ ਟੁੱਟੀ ਹੋਈ ਆਤਮਾ ਨੂੰ ਪਰਮ ਪਿਤਾ ਪ੍ਰਮਾਤਮਾ ਨਾਲ ਜੋੜਨ ਦਾ ਸੰਯੋਗ ਬਣਿਆ ਰਹੇ। ਇਸ ਲਈ ਸਾਰੇ ਸਮੁੱਚੀ ਸੰਗਤ ਦਿੱਲੀ ਦੀ ਖਾਸ ਕਰਕੇ ਜਿਨ੍ਹਾਂ ਦੀ ਵੋਟ ਇੱਥੇ ਕੰਮ ਕਰਨੀ ਆ, ਵੋਟ ਦੀ ਬੜੀ ਤਾਕਤ ਆ। ਵੋਟ ਦੇ ਵਿੱਚ ਹਿੱਸਾ ਲੈਣਾ, ਵੋਟ ਬਣਾਉਣੀ ਤੇ ਪਾਉਣੀ, ਪੋਲ ਕਰਨੀ ਤੇ ਦੂਸਰਿਆਂ ਨੂੰ ਪ੍ਰੇਰਨਾ, ਇਹ ਤੁਹਾਡਾ ਉਦਮ ਹੋਣਾ ਚਾਹੀਦਾ। ਉਸ ਤੋਂ ਇਲਾਵਾ ਅਸੀਂ ਆਪਣੀ ਟੀਮ ਨੂੰ ਇਹ ਤੈਅ ਕਰ ਦਿੱਤਾ ਕਿ ਸਾਡੀ ਟੀਮ 'ਚ ਕੋਈ ਵੀ ਇਹੋ ਜਿਹਾ ਮੈਂਬਰ ਨਹੀਂ ਹੋਊਗਾ ਜਿਹੜਾ ਰਾਜਸੀ ਇੱਛਾ ਦੀ ਪੂਰਤੀ ਲਈ ਧਰਮ ਨੂੰ ਕੁਰਬਾਨ ਕਰੂਗਾ। ਅਸੀਂ ਉਹਨਾਂ ਹੀ ਮੈਂਬਰਾਂ ਨੂੰ ਟਿਕਟ ਦੇਵਾਂਗੇ ਜਿਹੜੇ ਮੈਂਬਰ ਨਿਰੋਲ ਧਰਮ ਦੀ ਸੇਵਾ ਲਈ ਨਿਰਸਵਾਰਥ ਹੋ ਕੇ ਸਾਡੀ ਟੀਮ ਨਾਲ ਜੁੜਨਗੇ। ਰਾਜਸੀ ਇੱਛਾ ਰੱਖਣ ਵਾਲਿਆਂ ਲਈ ਇਹ ਰਾਜਸੀ ਦਲ ਬਹੁਤ ਨੇ, ਉੱਥੇ ਉਹ ਆਪਣੀ ਇੱਛਾ ਪੂਰੀ ਕਰ ਸਕਦੇ ਆ। ਤੋ ਅਸੀਂ ਜਿਹੜੀ ਸਾਡੀ ਪੰਥਕ ਅਕਾਲੀ ਲਹਿਰ ਆ, ਇਹ 3.5-4 ਸਾਲ ਤੋਂ ਪਹਿਲਾਂ ਅਸੀਂ ਪੰਜਾਬ 'ਚ ਸ਼ੁਰੂਆਤ ਕੀਤੀ ਸੀ। ਤੋ ਉੱਥੇ ਵੀ ਅਸੀਂ ਇਹ ਜਿਹੜੀ ਰਜਿਸਟ੍ਰੇਸ਼ਨ ਆ ਉਹਦੇ ਵਿੱਚ ਇਹ ਲਿਖਿਆ ਹੋਇਆ ਕਿ ਇਹ ਪੰਥਕ ਅਕਾਲੀ ਲਹਿਰ ਕਿਸੇ ਵੀ ਰਾਜਸੀ ਸਰਗਰਮੀ 'ਚ ਹਿੱਸਾ ਨਹੀਂ ਲਊਗੀ, ਕੇਵਲ ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਪਵਿੱਤਰ ਮਿਸ਼ਨ ਹੈ ਉਹਦੀ ਸੇਵਾ ਸੰਭਾਲ ਹੀ ਕਰੂਗੀ। ਤੇ ਇਸ ਕਰਕੇ ਅਸੀਂ ਹਰੇਕ ਸਿੱਖ ਨੂੰ, ਭਾਵੇਂ ਉਹ ਕਿਸੇ ਵੀ ਪਾਰਟੀ ਦੇ ਨਾਲ ਸਪੋਰਟ ਕਰਦਾ ਹੋਵੇ, ਭਾਵੇਂ ਉਹ ਆਮ ਆਦਮੀ ਪਾਰਟੀ 'ਚ ਹੋਵੇ, ਭਾਵੇਂ ਕਾਂਗਰਸ 'ਚ ਹੋਵੇ, ਭਾਵੇਂ ਅਕਾਲੀ ਦਲ 'ਚ ਹੋਵੇ, ਭਾਵੇਂ ਕਾਮਰੇਡ ਹੋਵੇ, ਭਾਵੇਂ ਭਾਜਪਾ 'ਚ ਹੋਵੇ, ਭਾਵੇਂ ਬਸਪਾ 'ਚ ਹੋਵੇ, ਹਰੇਕ ਸਿੱਖ ਜਿਹੜਾ ਪਹਿਲਾਂ ਗੁਰੂ ਨਾਨਕ ਸਾਹਿਬ ਦਾ ਸਿੱਖ ਆ, ਉਸ ਤੋਂ ਬਾਅਦ ਇਹ ਸਮਾਜ ਦੇ ਵਿੱਚ ਆਪਣੀ ਜ਼ਿੰਦਗੀ ਜਿਉਣ ਲਈ ਜਾਂ ਸਹੂਲਤਾਂ ਨੂੰ ਇਕੱਠੀਆਂ ਕਰਨ ਲਈ ਕਿਸੇ ਵੀ ਪਾਰਟੀ ਸਪੋਰਟ ਕਰਦਾ ਹੋਵੇ, ਸਾਨੂੰ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ, ਲੇਕਿਨ ਆਪਣੇ ਧਰਮ ਦੀ ਸਪੋਰਟ ਜਿਹੜੀ ਆ ਉਹ ਪੰਥਕ ਅਕਾਲੀ ਲਹਿਰ ਨੂੰ ਦੇਵੇ। ਜਿਹੜੀ ਅਸੀਂ ਟੀਮ ਇੱਥੇ ਸਾਡੀ ਤੁਹਾਡੇ ਸਾਹਮਣੇ ਆਊਗੀ, ਫੀਲਡ ਦੇ ਵਿੱਚ ਆਊਗੀ, ਉਹਦੇ ਤੁਹਾਨੂੰ ਨਾਂ ਦੱਸ ਦਿੰਦੇ। ਵੈਸੇ ਤੁਹਾਨੂੰ ਸਾਰਿਆਂ ਨੂੰ ਉਹ ਪਹੁੰਚ ਚੁੱਕਾ ਹੋਣਾ ਸਾਡਾ ਪ੍ਰੈਸ ਨੋਟ ਈਮੇਲ ਤੇ, ਨਾਂ ਦੱਸ ਦਿਓ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਥਕ ਅਕਾਲੀ ਲਹਿਰ ਦੇ ਕੌਮੀ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਜੀ ਹੋਣੀ ਕੌਮੀ ਪ੍ਰਧਾਨ ਰਹਿਣਗੇ ਔਰ ਦਿੱਲੀ ਯੂਨਿਟ ਦੀ ਵੀ ਅਗਵਾਈ ਕਰਨਗੇ। ਸਾਡੇ ਸੀਨੀਅਰ ਮੀਤ ਪ੍ਰਧਾਨ ਸਰਦਾਰ ਮਲਕਿੰਦਰ ਸਿੰਘ ਜੀ, ਜਿਹੜੇ ਮੌਜੂਦਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਨੇ ਔਰ ਪਿਛਲੇ 3 ਟਰਮਸ ਤੋਂ ਗੁਰੂ ਘਰ ਦੀ ਸੇਵਾ ਕਰ ਰਹੇ ਨੇ, ਇਹਨਾਂ ਨੂੰ ਸੀਨੀਅਰ ਮੀਤ ਪ੍ਰਧਾਨ ਥਾਪਿਆ ਗਿਆ। ਸਾਡੇ ਦੂਜੇ ਮੀਤ ਪ੍ਰਧਾਨ ਤਜਿੰਦਰ ਸਿੰਘ ਬਾਵਾ ਜੀ, ਜੋ ਕਈ ਸਾਲਾਂ ਤੋਂ, ਪਿਛਲੇ 20-25 ਸਾਲਾਂ ਤੋਂ ਸੇਵਾ ਕਰ ਰਹੇ ਨੇ ਗੁਰੂ ਘਰ ਦੀ ਔਰ ਇਤਿਹਾਸ ਦੇ ਜਾਣਕਾਰ ਨੇ, ਸਿੱਖ ਇਤਿਹਾਸ ਬਾਰੇ ਰੁਚੀ ਰੱਖਦੇ ਨੇ ਔਰ ਬੱਚਿਆਂ ਨੂੰ ਪ੍ਰੇਰਿਤ ਕਰਦੇ ਨੇ। ਇਹ ਸਾਡੇ ਮੀਤ ਪ੍ਰਧਾਨ ਰਹਿਣਗੇ। ਕਿਉਂਕਿ ਕਰੋਨਾ ਕਰਕੇ ਕੁਝ ਲੋਕ ਅਸੀਂ ਨਹੀਂ ਅੱਜ ਬੁਲਾ ਸਕੇ, ਉਹ ਫਿਰ 2 ਪ੍ਰੈਸ ਕਾਨਫਰੰਸ 2 ਹਫ਼ਤੇ ਜਾਂ 3 ਹਫ਼ਤਿਆਂ ਤੋਂ ਬਾਅਦ ਫਿਰ ਆਪ ਜੀ ਨੂੰ ਤਕਲੀਫਦਾਰ ਨੂੰ ਇੰਟਰੋਡਿਊਸ ਕਰਾਂਗੇ। ਸਾਡੇ ਟਰੇਯਾਰ ਜੋ ਖੁਦ ਇੱਕ ਬਹੁਤ ਕੁਆਲੀਫਾਈਡ ਸ਼ਖਸ ਨੇ, ਸਰਦਾਰ ਹਰਜੀਤ ਸਿੰਘ ਜੀ, ਉਹ ਆਣਗੇ ਜੋ ਕੁਆਲੀਫਾਈਡ ਨੇ ਔਰ ਇਸ ਪੈਸੇ ਨੂੰ ਕਿਵੇਂ ਸੰਭਾਲਣਾ ਹੈ ਕੌਮ ਦੇ, ਉਹਨਾਂ ਨੂੰ ਪੂਰੀ ਸਮਝ ਹੈ, ਉਹ ਟਰੇਯਾਰ ਰਹਿਣਗੇ। ਉਸ ਤੋਂ ਬਾਅਦ ਸਰਦਾਰ ਮਨਮੀਤ ਸਿੰਘ ਜੀ, ਇੱਧਰ ਆ ਜਾਓ ਮਨਮੀਤ ਸਿੰਘ ਜੀ।
ਇਹ ਸਾਡੇ ਪੰਥਕ ਅਕਾਲੀ ਲਹਿਰ ਦੇ ਆਰਗੇਨਾਈਜ਼ਿੰਗ ਸੈਕਟਰੀ ਰਹਿਣਗੇ। ਤੁਸੀਂ ਸਾਰੇ ਇਹਨਾਂ ਨੂੰ ਜਾਣਦੇ ਹੀ ਹੋ, ਤੁਹਾਡੇ ਨਾਲ ਰਾਬਤਾ ਵੀ ਇਹ ਕਾਫੀ ਰੱਖਦੇ ਨੇ। ਉਸ ਤੋਂ ਬਾਅਦ ਜਨਰਲ ਸੈਕਟਰੀ ਦੀ ਜ਼ਿੰਮੇਵਾਰੀ ਜਥੇਦਾਰ ਸਾਹਿਬ ਨੇ ਮੈਨੂੰ ਸੌਂਪੀ ਹੈ। ਮੇਰਾ ਨਾਮ ਡਾਕਟਰ ਤੇਜਿੰਦਰਪਾਲ ਸਿੰਘ ਨਲਵਾ। ਇਹ ਜ਼ਿੰਮੇਵਾਰੀ ਲਈ ਆਪ ਸਾਹਿਬ ਜੀ ਦੇ ਬਲੇਸਿੰਗਸ ਦੀ, ਆਸ਼ੀਰਵਾਦ ਦੀ ਲੋੜ ਹੈ। ਉਸ ਤੋਂ ਇਲਾਵਾ 46 ਦੇ 46 ਵਾਰਡ ਦੇ ਅੰਦਰ ਇਹ ਜਥੇਦਾਰ ਆਪਣੇ ਬਾਰੇ ਦੱਸ ਦਿਓ, ਤੁਸੀਂ ਕੀ ਕਰਦੇ ਹੋ? ਮੈਂ PhD ਲੌਂਚ ਕੀਤਾ ਹੈ ਜੀ, ਔਰ ਬੇਸਿਕਲੀ ਮੈਂ ਇੱਕ ਇਮੀਗ੍ਰੇਸ਼ਨ ਲਾਇਰ ਔਰ ਹਾਈ ਕੋਰਟ ਵਿੱਚ ਪ੍ਰੈਕਟਿਸ ਕਰਦਾ। 84 ਦੀ ਲੜਾਈ ਅਸੀਂ ਲੜੀ ਹੈ, ਜਿਹਦੇ ਵਿੱਚ ਮੇਰੇ ਦੋਨੋਂ ਸਾਲੇ ਔਰ ਸੋਹਰਾ ਸਾਹਿਬ ਸ਼ਹੀਦ ਹੋਏ ਸਨ। ਔਰ ਸਾਡੇ ਇੱਥੇ ਜਿਹੜੀ ਵੀ ਟੀਮ ਬੈਠੀ ਹੈ ਉਹਨਾਂ ਦਾ ਕੋਈ ਪੋਲੀਟੀਕਲ ਏਮ ਨਹੀਂ, ਜਿਵੇਂ ਜਥੇਦਾਰ ਸਾਹਿਬ ਨੇ ਕਿਹਾ। ਆਸਟ੍ਰੇਲੀਆ 8 ਸਾਲ ਰਹਿਣ ਤੋਂ ਬਾਅਦ ਦੁਬਾਰਾ ਇਸ ਧਰਤੀ ਤੇ ਮੁੜਨ ਦਾ ਕਾਰਨ ਹੀ ਇਹ ਹੈ ਕਿ ਗੁਰੂ ਘਰ ਦੀ ਕਰਪਸ਼ਨ ਖਤਮ ਕਰਦੀ ਹੈ, ਸਕੂਲਾਂ ਦਾ, ਸਪੈਸ਼ਲੀ ਸਕੂਲਾਂ ਦਾ ਮਿਆਰ ਉੱਚਾ ਚੁੱਕਣਾ। ਕੋਈ ਟਾਈਮ ਸੀ ਕਿ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਐਡਮਿਸ਼ਨ ਕਰਾਉਣ ਵਾਸਤੇ ਲੋਕ ਸਾਨੂੰ ਹੱਥ ਜੋੜਦੇ ਸਨ। ਅੱਜ ਉਸ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਲੋਕ ਪਿਕਨਿਕ ਮਨਾ ਕੇ ਵੀ ਰਾਜ਼ੀ ਨਹੀਂ ਨੇ। ਪਿਛਲੇ 20 ਸਾਲਾਂ 'ਚ ਅਸੀਂ ਉਹਨੂੰ ਖੰਡਰ ਕਰਤਾ ਹੈ, ਆਪਣੀ ਸੋਚ ਨੂੰ ਵੀ ਔਰ ਆਪਣੀ ਇਮਾਰਤਾਂ ਨੂੰ ਵੀ, ਆਪਣਾ ਐਜੂਕੇਸ਼ਨਲ ਸਿਸਟਮ ਨੂੰ ਵੀ। ਉਸ ਤੋਂ ਇਲਾਵਾ ਅੱਜ ਕਰੋਨਾ ਕਰਕੇ ਆ ਨਹੀਂ ਸਕੇ ਸਰਦਾਰ ਹਰਲੀਨ ਸਿੰਘ ਜੀ, ਉਹ ਸਾਡੀ ਇਸ ਪੰਥਕ ਅਕਾਲੀ ਲਹਿਰ ਦੇ ਸੈਕਟਰੀ ਦੀ ਸੇਵਾ ਨਿਭਾਉਣਗੇ। ਇੱਕ ਸਾਡੇ ਐਡਵੋਕੇਟ ਨੀਨਾ ਸਿੰਘ ਜੀ ਹੈਗੇ ਨੇ, ਉਹ ਵੀ ਕਰੋਨਾ ਕਰਕੇ ਉਹਨਾਂ ਦਾ ਪਰਿਵਾਰ ਉਹਨਾਂ ਨੂੰ ਆਉਣ ਨਹੀਂ ਦੇ ਰਿਹਾ ਸੀ, ਉਹ ਵੀ ਬਹੁਤ ਛੇਤੀ ਜੁਆਇਨ ਕਰਨਗੇ। ਇਹ ਉਹੀ ਐਡਵੋਕੇਟ ਨੀਨਾ ਸਿੰਘ ਜੀ ਨੇ ਜਿਨ੍ਹਾਂ ਨੇ ਪਿੱਛੇ ਕਾਫੀ ਪਟੀਸ਼ਨਸ ਪਾਈਆਂ ਨੇ ਅਬਾਊਟ ਦੀ ਕਰਪਸ਼ਨ ਇਨ ਗੁਰਦੁਆਰਾਸ। ਔਰ ਇੱਥੋਂ ਤੱਕ ਕਿ ਜਿਹੜਾ ਉੜੀਸਾ ਗੁਰਦੁਆਰਾ ਸਾਹਿਬ ਢਾਣ ਦੀ ਕੋਸ਼ਿਸ਼ ਕੀਤੀ ਗਈ, ਉਸ ਤੇ CM ਉੜੀਸਾ ਵਿਜੂ ਪਟਨਾਇਕ, ਨਵੀਨ ਪਟਨਾਇਕ ਨਾਲ ਰਾਬਤਾ ਕਾਇਮ ਕਰਕੇ ਉੱਥੇ ਇੱਕ ਮੁਹਿੰਮ ਚਲਾਈ ਸੀ। ਇਹ ਸਾਡੀ ਟੀਮ ਹੈ। 46 ਦੇ 46 ਵਾਰਡਸ ਦੇ ਅੰਦਰ ਸੰਗਤ ਨੂੰ ਇਹ ਰਾਈਟ ਹੋਏਗਾ ਕਿ ਉਹ ਆਪਣਾ ਕੈਂਡੀਡੇਟ ਆਪ ਚੁਣੇਗੀ, ਤਾਂ ਕਿ ਉਹ ਸੰਗਤ ਨੂੰ ਆਨਸਰੇਬਲ ਹੋਣ। ਅਸੀਂ ਜਥੇਦਾਰ ਸਾਹਿਬ ਦਾ ਬਿਲਕੁਲ ਕਲੀਅਰ ਇੰਸਟਰਕਸ਼ਨ ਹੈ, ਅਸੀਂ ਕੋਈ ਥਾਪਣ ਦੀ ਕੋਸ਼ਿਸ਼ ਨਹੀਂ ਕਰਨੀ। ਸਾਡਾ ਕੋਈ ਪੈਰਾਸ਼ੂਟ ਵਾਲਾ ਕੈਂਡੀਡੇਟ ਨਹੀਂ ਹੋਏਗਾ ਜਿਹੜਾ ਉੱਤੋਂ ਆ ਕੇ ਡਿੱਗੇਗਾ। ਸੰਗਤ ਆਪ ਚੁਣੇ, ਤਾਂ ਕਿ ਕੱਲ ਅਗਰ ਉਹ ਹੇਰਾਫੇਰੀ ਕਰੇ ਜਾਂ ਗਲਤ ਕਰੇ ਤਾਂ ਸੰਗਤ ਆਪ ਉਹਨੂੰ ਖਿੱਚ ਕੇ ਕਰੇ। ਸੋ ਆਪ ਸਭ ਦੇ ਸਹਿਯੋਗ ਦੀ ਲੋੜ ਹੈ। ਧੀਰੇ ਧੀਰੇ ਅਸੀਂ ਆਪਣੇ ਪ੍ਰੋਗਰਾਮ ਆਪ ਜੀ ਨਾਲ ਸ਼ੇਅਰ ਕਰਦੇ ਰਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਜੀ ਇਲੈਕਸ਼ਨ ਹੈ ਜਿਹੜੀ ਪੰਥਕ ਅਕਾਲੀ ਲਹਿਰ ਤੋਂ ਜਾਂ ਅਕਾਲ ਸੁਸਾਇਟੀ ਜਿਹੜੀ ਪਿਛਲੀ ਵਾਰ ਨਹੀਂ, ਪੰਥਕ ਅਕਾਲੀ ਲਹਿਰ, ਕਿਉਂਕਿ ਅਸੀਂ ਹੁਣ ਪੰਜਾਬ ਦੇ ਵਿੱਚ ਜਿਹੜੀ ਆਲ ਓਵਰ ਇੰਡੀਆ ਦੀ ਇੱਕ ਰਜਿਸਟ੍ਰੇਸ਼ਨ ਕਰਾਈ ਆ, ਤੇ ਉਹ ਹੈਗੀ ਸਾਡੀ ਦਿੱਲੀ ਦੀ, ਕੱਲੀ ਦਿੱਲੀ ਦੀ। तो ਅਸੀਂ ਫਿਰ ਇਹ ਮਹਿਸੂਸ ਕਰਦੇ ਹਾਂ ਕਿ ਪੰਜਾਬ ਤੇ ਇੱਥੇ ਕੋਈ ਨਾ ਹੋਣਾ ਚਾਹੀਦਾ। ਹਰ ਵਾਰੀ ਤੁਹਾਡੇ 2 ਜਾਂ 3 ਕੈਂਡੀਡੇਟ ਜਿੱਤਦੇ ਆ ਰਹੇ ਨੇ ਪਿਛਲੇ ਕਾਫੀ ਟਾਈਮ ਤੋਂ। ਹਾਂ, ਤੇ ਉਹ ਕੋਈ ਇੱਕ ਅੱਧਾ ਜਣਾ ਜਾਂ ਦੂਜੀ ਪਾਰਟੀ ਸ਼ਾਮਲ ਹੋ ਜਾਂਦਾ ਹੈ। ਤੇ ਇੱਕ ਵੱਡੀ ਗੱਲ ਤੁਸੀਂ ਕਰਪਸ਼ਨ ਦੀ ਸੁਧਾਰ ਦੀ ਗੱਲ ਕੀਤੀ ਹੈ, ਲੇਕਿਨ ਤੁਹਾਡਾ ਜਿਹੜਾ ਜਿੱਤੇ ਹੋਇਆ ਕੈਂਡੀਡੇਟ ਪੂਰੇ 4 ਸਾਲਾਂ 'ਚ ਕਦੀ ਵੀ ਕਰਪਸ਼ਨ ਦੇ ਖਿਲਾਫ ਨਹੀਂ ਬੋਲਦਾ। ਕਿਹੜਾ ਕੋਈ ਵੀ ਜਿਹੜਾ ਵੀ ਜਿੱਤੇ, ਇਹ ਐਗਜ਼ੈਕਟਿਵ ਮੈਂਬਰ ਨੇ ਹਰ ਦਫਾ ਬੋਲਦੇ ਨੇ, ਹਰ ਦਫਾ ਨੋਟ ਲਿਖੇ ਨੇ। ਇਹਨਾਂ ਨੇ ਕਦੀ ਵੀ ਬਾਹਰ ਇਹਨਾਂ ਨੇ ਨਹੀਂ, ਐਗਜ਼ੈਕਟਿਵ ਮੈਂਬਰ ਮਲਕਿੰਦਰ ਸਿੰਘ ਨੇ ਸਾਡੇ ਜਿੱਤੇ ਹੋਏ। ਨੰਬਰ 2 ਤੇ ਸਾਡੇ ਤੇ ਜਿੱਤੇ ਸੀ 2। ਤੀਸਰਾ ਮਰਵਾ ਸਾਹਿਬ ਸੀਗੇ, ਉਹ ਸਾਡੀ ਸਪੋਰਟ ਨਾਲ ਜਿੱਤੇ, ਧਾਰਮਿਕ ਉਹ ਹੈਗੇ ਸੀ ਆਜ਼ਾਦ। ਹਾਂ, 35 ਮੈਂਬਰ ਜਿੱਤਣ ਵਾਲੇ ਦਾ ਅੱਜ ਮੈਂਬਰ ਕਿਹੜਾ ਉਹਦੇ ਨਾਲ? ਇਹ ਦਿੱਲੀ ਕਮੇਟੀ ਦੀ ਰੀਤ ਆ, ਪਹਿਲੇ ਸਾਲ ਹੋ ਸਕਦਾ ਨਾਲ ਰਹਿਣ, ਦੂਸਰੇ ਸਾਲ ਕੋਈ ਪਤਾ ਨਹੀਂ। ਨਹੀਂ, ਇਹ ਨਾਲੇ ਇੱਕ ਚੀਜ਼ ਹੋਰ ਹੈ ਕਿ ਤੁਸੀਂ ਇੱਕਦਮ ਇਸ ਤਰ੍ਹਾਂ ਨਹੀਂ ਲੱਗਦਾ ਕਿ ਐਂਡ ਟਾਈਮ ਤੇ ਐਫਰਟ ਕਰ, ਤੁਹਾਨੂੰ ਤੁਹਾਡੀ ਜਿਹੜੀ ਟੀਮ ਹੈ ਇਹਨਾਂ ਨੂੰ ਥੋੜੇ ਤੋਂ ਸ਼ੁਰੂ ਤੋਂ ਹੀ ਐਫਰਟ ਕਰਦੇ ਰਹਿਣਾ ਚਾਹੀਦਾ ਤਾਂ ਕਿ ਮਜ਼ਬੂਤ ਹੋਏ। ਭਾਈ ਸਾਹਿਬ ਜੀ, ਅਸੀਂ ਦੇਖੋ, ਅਸੀਂ ਸਪੋਰਟਰ ਹਾਂ, ਅਸੀਂ ਕਦੀ ਹਿੱਸੇਦਾਰੀਆਂ ਨਹੀਂ ਲਈਆਂ, ਅਸੀਂ ਕਦੀ ਪੈਸਾ ਨਹੀਂ ਵਿੱਚੋਂ ਵਸੂਲਿਆ, ਜਾਂ ਸਾਡਾ ਕੋਈ ਲਾਲਚ ਨਹੀਂ। ਸਾਡੀ ਰੀਝ ਆ ਕਿ ਇਹ ਗੁਰੂ ਘਰ ਦਾ ਪੈਸਾ ਠੀਕ ਥਾਂ ਤੇ ਲੱਗੇ ਜਿਸ ਤਰ੍ਹਾਂ ਪਹਿਲਾਂ ਲੱਗਾ। ਅਗਰ ਕਿਸੇ ਤੇ ਯਕੀਨ ਕਰਦੇ ਹੋ ਨਹੀਂ ਪੂਰਾ ਉਤਰਦਾ, ਤੇ ਇਹਦੇ ਵਿੱਚ ਹੁਣ ਮੈਂ ਆਪਣੇ ਪ੍ਰਾਣ ਤੇ ਦੇਣੋਂ ਰਿਹਾ, ਮੈਂ ਤੇ ਕੋਸ਼ਿਸ਼ ਹੀ ਕਰ ਸਕਦਾ, ਤੇ ਕੋਸ਼ਿਸ਼ ਮੈਂ ਹਰ ਦਫਾ ਕਰਦਾ। ਜਿਸ ਤਰ੍ਹਾਂ ਟੀਮ ਬਣਾਈ ਬੜੀ ਵਧੀਆ, ਮੈਂ ਪਰਸਨਲੀ ਵੀ ਇਹਨਾਂ ਨੂੰ ਜਾਣ ਕੇ ਨੂੰ ਮਤਲਬ ਇਸ ਤਰ੍ਹਾਂ ਦੀ ਕਾਫੀ ਪਹਿਲੇ ਫਿਰ ਆਸ਼ੀਰਵਾਦ ਪਹਿਲੇ ਨੂੰ ਛੱਡੋ। ਪਹਿਲੇ ਮੇਰੇ 'ਚ ਕੋਈ ਗੁਨਾਹ ਹੋਵੇ, ਮੈਂ ਕੋਈ ਗੁਰੂ ਘਰ ਦਾ ਖਾ ਗਿਆ ਹੋਵਾਂ ਜਾਂ ਲੁੱਟ ਗਿਆ ਹੋਵਾਂ ਜਾਂ ਕਿਸੇ ਤੋਂ ਪੈਸਾ ਲਿਆ, ਤੇ ਆ ਪ੍ਰੈਸ ਦੇ ਵਿੱਚ ਦੱਸੋ। ਤੇ ਨਹੀਂ ਤੇ ਫਿਰ ਮੇਰੀਆਂ ਕੋਸ਼ਿਸ਼ਾਂ ਨੂੰ ਦੇਖੋ, ਸੜਕ ਤੇ ਬੰਦਾ ਜਾਂਦਾ, ਐਕਸੀਡੈਂਟ ਹੁੰਦਾ ਹੈ ਤੇ ਲੱਤਾਂ ਟੁੱਟ ਜਾਂਦੀਆਂ, ਮੁੜ ਕੇ ਸੜਕ ਤੇ ਤੁਰਨਾ ਥੋੜਾ ਬੰਦ ਕਰ ਦਿੰਦਾ। ਤੁਸੀਂ ਸਵਾਦ ਦਿਓ ਸੇ, ਮੈਂ ਕਹਿ ਰਿਹਾ ਕਿ ਇਹ ਟੀਮ ਤੁਹਾਡੀ ਬਣਾਈ ਹੈ, ਅੱਛੀ ਹੈ ਸਭ। ਹਾਂ। ਲੇਕਿਨ ਇਹ ਅਗਰ ਥੋੜਾ ਦੇਰ ਪਹਿਲੇ ਨਹੀਂ ਬਣਾਈ ਜਾ ਸਕਦੀ ਸੀ? ਪਹਿਲੇ ਅੱਜ 6-7 ਮਹੀਨੇ ਤੇ ਜੇ ਰਹਿੰਦੇ ਇਲੈਕਸ਼ਨ 'ਚ, ਇਹ ਤੋਂ ਪਹਿਲਾਂ ਹੁਣ ਕਿੰਨਾ ਕਾ ਜੀਏ। ਟਾਈਮ ਲੱਗਦਾ। ਅਸੀਂ ਪੰਜਾਬ 'ਚ ਜ਼ੋਰ ਲਾ ਰਹੇ, ਪੰਜਾਬ ਦੇ ਪਿੰਡ ਫਿਰ ਰਹੇ ਹਾਂ। ਉਹ ਸਾਡੇ ਤੇ ਤਰਸ ਕਰੋ ਨਾ। ਕਰਪਸ਼ਨ ਦੀ ਜਿਹੜੀ ਤੁਸੀਂ ਗੱਲ ਕੀਤੀ ਹੈ, ਤੁਹਾਨੂੰ ਨਹੀਂ ਲੱਗਦਾ ਇਸ ਤੋਂ ਪਹਿਲਾਂ ਵੀ ਦਿੱਲੀ ਕਮੇਟੀ ਖਿਲਾਫ ਹੋਕਾ ਮਾਰਨਾ ਚਾਹੀਦਾ ਸੀ? ਹੋਕਾ ਤੇ ਭਾਈ ਸਾਹਿਬ ਜੀ, ਅਸੀਂ ਹੋਕਾ ਛੱਡ ਕੇ ਅਸੀਂ ਬੰਦੇ ਹੀ ਛੱਡ ਦਿੱਤੇ ਆ।
ਜਿਨ੍ਹਾਂ ਨੂੰ ਸਪੋਰਟ ਕੀਤੀ, ਆਪ ਤਿਆਰ ਕੀਤਾ, ਉਹਨਾਂ ਨੂੰ ਤਿਆਗ ਦਿੱਤਾ ਹੈ ਕਿ ਤੁਸੀਂ ਠੀਕ ਨਹੀਂ ਕਰ ਰਹੇ। ਇਸ ਤੋਂ ਬਾਅਦ ਹੋਕਾ ਕੀ ਹੋ ਸਕਦਾ? ਕੋਈ ਸਿਰ ਥੋੜਾ ਪਾੜਨਾ ਹੁੰਦਾ, ਮਹਿਸੂਸ ਕਰਾਉਣਾ ਹੁੰਦਾ। ਉਹ ਠੀਕ ਹੋਣਗੇ ਫਿਰ? ਹਾਂਜੀ, ਇਹ ਕਿਹੜੀ ਗਰੰਟੀ ਹੁੰਦੀ? ਦੇਖੋ ਗਰੰਟੀ ਤੇ ਆਪਣੇ ਸਕੇ ਭਰਾ ਦੀ ਨਹੀਂ ਦਿੱਤੀ ਜਾ ਸਕਦੀ, ਕੋਸ਼ਿਸ਼ ਕਰਨੀ ਚਾਹੀਦੀ ਹੈ। ਆਪ ਨਹੀਂ ਗੰਦਾ ਹੋਣਾ ਚਾਹੀਦਾ। ਤੀਜੇ ਨੰਬਰ ਦੀ ਪਾਰਟੀ ਸੀ, ਪਹਿਲੇ ਸੀ ਅਕਾਲੀ ਦਲ ਬਾਦਲ, ਦੂਜੀ ਸਰਨਾ ਪਾਰਟੀ, ਦੂਜੀ ਤੁਹਾਡੇ ਲਿਸਟ ਹੋਈ ਸੀ। ਹਾਂ। ਮਗਰ ਤੀਜੀ ਲਿਸਟ, ਚੌਥੀ ਲਿਸਟ ਹੋਈ ਜਾਗੋ ਪਾਰਟੀ, ਉਹ ਤਾਂ ਕਾਫੀ ਅੱਗੇ ਨਜ਼ਰ ਆ ਰਹੀ, ਤੁਹਾਡੀ ਪਿੱਛੇ ਉਹ ਤੁਹਾਡੇ ਵਾਤਾਵਰਣ ਚ ਅੱਗੇ ਨਜ਼ਰ ਆ ਰਹੀ, ਫੀਲਡ ਚ ਨਹੀਂ। ਫੀਲਡ ਚ ਅਸੀਂ ਨਜ਼ਰ ਆਵਾਂਗੇ, ਤੁਸੀਂ ਦੇਖਦੇ ਰਹੋ ਬਸ। ਅਨਾਉਂਸਮੈਂਟ ਹੀ ਅੱਜ ਕੀਤੀ ਨਹੀਂ, ਦੇਖੀ ਜਾ ਪਰ ਛੇੜੀ ਨਾ, ਦੇਖੀ ਜਾ। ਇਹ ਫੀਲਡ ਦੇ ਵਿੱਚ ਅਸੀਂ ਫੀਲਡ ਦੇ ਵਿੱਚ ਨਜ਼ਰ ਆਵਾਂਗੇ, ਉੱਤੇ ਜਿੱਥੇ ਮਰਜ਼ੀ ਕੋਈ ਨਜ਼ਰ ਆਵੇ। ਸਾਈਨ ਤੁਹਾਨੂੰ ਮਿਲ ਚੁੱਕਿਆ, ਸਾਈਨ ਰਜਿਸਟਰਡ ਹੋ ਗਿਆ। ਉਹ ਸਿੰਬਲ ਅਸੀਂ ਤੁਹਾਨੂੰ 1 ਹਫ਼ਤੇ ਬਾਅਦ ਦੇ ਦੇਵਾਂਗੇ। ਅਸੀਂ ਉਹ ਤੋਂ ਪਹਿਲਾਂ ਨਹੀਂ, ਜਿੰਨੇ ਚਿਰ ਸਾਨੂੰ ਅਲਾਟ ਨਾ ਹੋਵੇ ਉਹਨਾਂ ਚਿਰ ਅਸੀਂ ਨਹੀਂ ਕਹਿਣਾ ਚਾਹੁੰਦੇ। ਮੋਮਬੱਤੀ ਨਹੀਂ ਰਹਿ ਗਈ ਇਸ ਵਾਰ। ਮੈਂ ਕਿਹਾ ਜੋ ਮੋਮਬੱਤੀਆਂ ਦਾ ਜੋੜਾ ਲਿਆਵਾਂਗੇ, ਚਿੰਤਾ ਨਾ ਕਰੋ। ਕਿਸੇ ਹੋਰ ਪਾਰਟੀ ਨਾਲ ਤਾਲਮੇਲ ਹੋਣ ਦੀ ਸੰਭਾਵਨਾ? ਦੇਖੋ, ਅਸੀਂ ਜਿਹੜੀ ਅਸੀਂ ਮਰਿਆਦਾ ਲੈ ਕੇ ਚੱਲੇ ਆ, ਸਾਨੂੰ ਕੋਈ ਵੀ ਸਿੱਖ, ਅਸੀਂ ਕਿਸੇ ਵੀ ਸਿੱਖ ਨੂੰ ਸਪੋਰਟ ਕਰਨ ਲਈ ਅਗਰ ਸੱਦਾ ਦਿੰਦੇ ਆ, ਤੇ ਕਿਸੇ ਵੀ ਸਿੱਖ ਨੂੰ ਇਹ ਵੀ ਗਾਰੰਟੀ ਦਿੰਦੇ ਆ ਕਿ ਤੂੰ ਸਾਡੀ ਸੋਚ ਨਾਲ ਅਗਰ ਸਹਿਮਤ ਆ ਤੇ ਵੈਲਕਮ, ਕੋਈ ਪ੍ਰੋਬਲਮ ਨਹੀਂ, ਕਿਸੇ ਵੀ ਪਾਰਟੀ ਤੋਂ ਚਾਹੇ। ਕਿਸੇ ਵੀ ਪਾਰਟੀ ਚੋਂ। ਨਾਲਵਾ ਸਾਹਿਬ, ਤੁਸੀਂ ਦਿੱਲੀ ਦੇ ਵਿੱਚ ਜਿਵੇਂ ਰਹਿੰਦੇ ਹੋ, ਤੁਸੀਂ ਤੁਹਾਨੂੰ ਸਾਰਾ ਦਿੱਲੀ ਦੇ ਹਾਲਾਂਕਿ ਸਿੱਖਾਂ ਦੀ ਆਬਾਦੀ ਦਾ ਵੀ ਪਤਾ ਹੋਏਗਾ, ਥੋੜਾ ਬਹੁਤ ਰੁਚੀ ਰੱਖੀ ਹੈਗੀ ਇਸ ਬਾਰੇ। ਤੁਹਾਨੂੰ ਲੱਗਦਾ ਹੈ ਕਿ ਦਿੱਲੀ ਦੇ ਸਿੱਖ ਆਉਣ ਵਾਲੇ ਚੋਣਾਂ ਦੇ ਵਿੱਚ ਤੁਹਾਡੀ ਪਾਰਟੀ ਨੂੰ ਸਪੋਰਟ ਕਰਨਗੇ? ਨਹੀਂ, ਪਹਿਲੀ ਵਾਰੀ ਅਸੀਂ ਪਾਰਟੀ ਦੀ ਹਿਮਾਇਤ ਨਹੀਂ ਮੰਗ ਰਹੇ। ਰਾਜਨੀਤੀ ਵਿੱਚ ਪਹਿਲੀ ਵਾਰ ਤੁਸੀਂ ਆ ਰਹੇ ਹੋ। ਨਹੀਂ, ਰਾਜਨੀਤੀ ਕਰ ਹੀ ਨਹੀਂ ਰਹੇ, ਅਸੀਂ ਆ ਹੀ ਨਹੀਂ ਰਹੇ। ਇਹ ਤਾਂ ਸੁਧਾਰ ਲਈ ਆ ਰਹੇ ਹਾਂ। ਰਾਜਨੀਤੀ ਦੇ ਨਾ ਚੁਣਾਵ ਆਉਗੇ ਤਾਂ ਰਾਜਨੀਤੀ ਹੋਗੀ। ਥੋੜਾ ਜਿਹਾ ਫਰਕ ਹੈ, ਥੋੜਾ ਜਿਹਾ ਉਸ ਗੱਲ ਨੂੰ ਪੂਰੀ ਕਰ ਲੈਣ ਦਿਓ। ਬਿਲਕੁਲ ਠੀਕ ਕਹਿ ਰਹੇ ਹੋ, ਜਦ ਸਿਸਟਮ ਚੇਂਜ ਕਰਨਾ ਹੁੰਦਾ, ਅਸੀਂ ਵੀ ਨਹੀਂ ਆਉਣਾ ਚਾਹੁੰਦੇ ਸੀ, ਲੇਕਿਨ ਅਗਰ ਇਹੀ ਮੈਂ ਸੋਚੀ ਜਾਵਾਂ ਕਿ ਇਹ ਗੰਦੇ ਲੋਕਾਂ ਦੀ ਗੇਮ ਹੈ, ਇਹਦੇ 'ਚ ਨਹੀਂ ਆਉਣਾ, ਤੇ ਕਿਸੇ ਨੂੰ ਤੇ ਪਹਿਲ ਕਰਨੀ ਪੈਣੀ ਹੈ। ਅਸੀਂ ਹਰ ਵਾਰੀ ਚਾਂਸ ਦੇ ਕੇ ਦੇਖਿਆ ਹਰ ਇੱਕ ਨੂੰ ਕਿ ਯਾਰ ਆਪਣੇ ਘਰ ਲੁੱਟਣ ਤੋਂ ਬਚਾ ਲਓ। ਜਦ ਲੱਗਿਆ ਇਹ ਲੋਕ ਨਹੀਂ ਕਰ ਸਕਦੇ, ਇਹ ਕੋਸ਼ਿਸ਼ ਬਿਲਕੁਲ ਦਿਲੋਂ ਹੈ, ਦਿਮਾਗੋਂ ਹੈ ਔਰ ਅੰਤਰਾਤਮਾ ਤੋਂ ਹੈ। ਕਲੈਰਿਟੀ ਬਹੁਤ ਹੈ। ਔਰ ਜਦ ਤੱਕ ਗੱਲ ਹੈ ਨਾ 46 ਦੀ 46 ਸੀਟਾਂ, ਕਿਸੇ ਨੇ ਨਹੀਂ ਸੋਚਿਆ ਸੀ ਜਦ ਬਹੁਜਨ ਸਮਾਜ ਪਾਰਟੀ ਸ਼ੁਰੂ ਹੋਈ ਸੀ ਕਿ ਉਹ ਕਦੀ ਯੂਪੀ ਦੇ ਅੰਦਰ ਕਾਬਜ਼ ਹੋਣਗੇ। ਕਿਸੇ ਨੇ ਨਹੀਂ ਸੋਚਿਆ ਸੀ। ਹਾਂਜੀ, ਨੀਲੇ ਕੱਪੜੇ ਪਾਏ ਨੇ। ਨਹੀਂ, ਇਹ ਤੇ ਵੀਰੇ ਮੈਨੂੰ ਤਾਂ ਘਰ ਵਾਲੀ ਜੋ ਫੜਾ ਦਿੰਦੀ ਮੈਂ ਪਾ ਲੈਣਾ ਹੋਇਆ। ਨੀਲੇ ਤਾਂ ਹੀ ਪਾਏ ਨੇ ਬੀਐਸ। ਨਹੀਂ, ਮੈਂ ਦੱਸ ਰਿਹਾ, ਹੁਣ ਉਹ ਚਿੱਟੀ ਕਮੀਜ਼ ਪਾਈ ਹੈ ਤੇ ਇਸ ਤਰ੍ਹਾਂ ਤੇ ਚੱਲਦਾ ਰਹੇਗਾ ਹੁਣ ਵੀ। ਤੇ ਉਹਦੀ ਦੂਜੀ ਗੱਲ ਇਹ ਹੈਗੀ ਹੈ ਕਿ ਇਸ ਤਰ੍ਹਾਂ ਹੀ ਆਮ ਆਦਮੀ ਪਾਰਟੀ ਜਦ ਚੁਣਾਵ 'ਚ ਆਈ ਸੀ, ਕਿਸੇ ਨੇ ਨਹੀਂ ਸੋਚਿਆ ਸੀ ਕਿ ਅੱਜ ਉਹ 67 ਜਾਂ 63 ਸੀਟਾਂ ਹੋਣਗੀਆਂ। ਜੇ ਤੁਹਾਡੀ ਨੀਅਤ ਸਾਫ਼ ਹੋਏਗੀ ਔਰ ਤੁਸੀਂ ਬਿਲਕੁਲ ਸਾਨੂੰ ਸਵਾਲ ਪੁੱਛੋ, ਜਿੱਥੇ ਅਸੀਂ ਗਲਤ ਜਾਈਏ ਸਾਨੂੰ ਰੋਕੋ, ਲੇਕਿਨ ਸਾਡਾ ਕਲੈਰਿਟੀ, ਜਦ ਤੁਸੀਂ ਪੈਸੇ ਨਹੀਂ ਖਾਣੇ ਹੁੰਦੇ, ਤੁਸੀਂ ਸਕੂਲਾਂ ਦਾ ਮਿਆਰ ਚੁੱਕਣਾ ਹੁੰਦਾ, ਤੁਹਾਡਾ ਕੋਈ ਪਰਸਨਲ ਇੰਟਰਸਟ ਨਹੀਂ ਹੁੰਦਾ, ਤੁਸੀਂ ਸਾਰੇ ਦੇ ਸਾਰੇ ਕੀਰਤੀ ਸਿੰਘ ਹੁੰਦੇ ਹੋ, ਤੁਹਾਨੂੰ ਇਹ ਚੀਜ਼ਾਂ ਡਾਊਟ 'ਚ ਨਹੀਂ ਰੱਖਦੀਆਂ। ਸਰਨਾ ਉਹਨਾਂ ਨੂੰ ਕਿਤੇ ਨਾ ਕਿਤੇ ਕਾਂਗਰਸ ਸਪੋਰਟ ਕਰਦੀ ਹੈ, ਜਾਂ ਅਕਾਲੀ ਦਲ ਨੂੰ ਬੀਜੇਪੀ ਕਹਿ ਲਓ, ਜਾਂ ਹੁਣ ਮਨਜੀਤ ਵੱਲ ਬੀਜੇਪੀ ਦਾ ਸਪੋਰਟ ਕਿਤੇ ਨਾ ਕਿਤੇ ਦੇਖਣ ਨੂੰ ਮਿਲਦਾ। ਤੁਹਾਨੂੰ ਵੀ ਕੋਈ ਨਾ ਕੋਈ ਇਸ ਤਰ੍ਹਾਂ ਦੀ ਪਾਰਟੀ? ਹਾਂਜੀ, ਸਾਨੂੰ ਸੰਗਤ ਸਪੋਰਟ ਕਰਦੀ ਹੈ, ਸਾਨੂੰ ਸਿਰਫ ਸੰਗਤ ਸਪੋਰਟ ਕਰਦੀ ਹੈ। ਸਰ, ਇੱਕ ਗੱਲ ਚੱਲਦੀ ਪਈ ਗਠਬੰਧਨ ਦੀ, ਤੁਹਾਡੀ ਪਹਿਲੀ ਵਾਰ ਗੱਲ ਚੱਲਦੀ ਰਹੀ, ਸਰਨਾ ਸਾਹਿਬ ਨਾਲ ਗੱਲ ਚੱਲਦੀ ਰਹੀ, ਫਿਰ ਜਿਗਰਾਂ ਗੱਲ ਚੱਲਦੀ ਰਹੀ, ਉਹ ਸੁਣੀ ਜਿਹੜੀ ਭਾਜੀ ਤੁਹਾਡੇ ਤੋਂ ਮੈਂ ਹੋਰ ਬੜੀਆਂ ਗੱਲਾਂ ਸੁਣਾਂਗਾ, ਮੇਰੀ ਗੱਲ ਸਿਰਫ ਤੁਹਾਡੇ ਨਾਲ ਚੱਲ ਰਹੀ ਹੈ ਔਰ ਸੰਗਤ ਨਾਲ ਚੱਲ ਰਹੀ ਹੈ। ਜਥੇਦਾਰ ਸਾਹਿਬ, ਇੱਥੇ ਨਾ ਮੇਨ ਪ੍ਰੋਬਲਮ ਕਿ ਪੋਲਿੰਗ ਬਹੁਤ ਘੱਟ ਹੁੰਦੀ, ਜਿਹੜਾ ਮੇਨ ਹੋਗਾ। ਤੇ ਮੈਂ ਸਭ ਤੋਂ ਪਹਿਲਾਂ ਬੇਨਤੀ ਉਹ ਕੀਤੀ ਆ ਸਿੱਖਾਂ ਨੂੰ, ਅਸਲ 'ਚ ਭਾਈ ਸਾਹਿਬ ਗੱਲ ਇਹ ਆ ਵੀ ਤੁਸੀਂ ਵੀ ਇੱਥੇ ਦੇਖਦੇ ਹੋ, ਮੈਂ ਜਦੋਂ ਦਾ ਇੱਥੇ ਆ ਕੇ ਇਹਨਾਂ ਨੂੰ ਸਹਿਯੋਗ ਦੇਣਾ ਸ਼ੁਰੂ ਕੀਤਾ, ਸਰਨਾ ਨੂੰ, ਮਨਜੀਤ ਸਿੰਘ ਨੂੰ, ਉਹਦੀ ਵਜ੍ਹਾ ਇਹ ਸੀ ਕਿ ਘੱਟੋ ਘੱਟ ਰੱਜੇ ਪੁੱਜੇ ਨੇ, ਪੈਸੇ ਵਾਲੇ ਨੇ, ਗੁਰੂ ਘਰ ਨੂੰ ਨਹੀਂ ਖਾਣਗੇ, ਇਹ ਸੁਧਾਰ ਕਰਨਗੇ, ਇਹ ਗਰੀਬ ਬਸਤੀਆਂ 'ਚ ਸਾਡੇ ਬੱਚਿਆਂ ਨੂੰ ਐਜੂਕੇਸ਼ਨ ਦੇਣ ਲਈ ਕੋਈ ਪ੍ਰੇਰਨਾ ਦੇਣਗੇ, ਪੈਸੇ ਦੇਣਗੇ, ਉਹ ਹੋਏ ਨੇ। ਸਾਡਾ ਇੱਥੋਂ ਦਾ ਸਿੱਖ ਦਿੱਲੀ ਤੋਂ ਚਲ ਜਾਂਦਾ ਅੰਮ੍ਰਿਤਸਰ, ਉਹਨੂੰ ਕਮਰਾ ਨਹੀਂ ਮਿਲਦਾ। ਉੱਥੋਂ ਦਾ ਸਿੱਖ ਇੱਥੇ ਆ ਜਾਂਦਾ, ਉਹਨੂੰ ਕਮਰਾ ਨਹੀਂ ਮਿਲਦਾ, ਕਮਰੇ ਖਾਲੀ ਹੁੰਦੇ ਨੇ। ਤੋ ਅਰੇਂਜ ਹੈ ਨਹੀਂ, ਸਿਸਟਮ ਹੈ ਨਹੀਂ ਕੋਈ। ਤੋ ਤੁਸੀਂ ਤੇ ਮੈਨੂੰ ਇਹ ਦੱਸੋ ਕਿ ਮੈਂ ਇੱਥੇ 20 ਸਾਲ ਇਹਨਾਂ ਦੇ ਪਿੱਛੇ ਲਾਏ ਨੇ, ਅੱਗੇ ਨਹੀਂ ਲੱਗਾ, ਪਿੱਛੇ ਲਾਏ ਨੇ। ਜੇ ਅੱਗੇ ਵੀ ਲੱਗਾ ਹੈ ਤੇ ਮੇਰੇ ਤੇ ਕੋਈ ਉਂਗਲ ਨਹੀਂ ਚੁੱਕ ਸਕਦਾ। ਮੈਂ ਗੁਰੂ ਘਰ ਦਾ ਜਾਂ ਇਹਨਾਂ ਤੋਂ ਨਿੱਜੀ ਤੌਰ ਤੇ 10 ਰੁਪਏ ਵੀ ਲਾਏ ਹੋਣ, ਆਪਣੀ ਗੱਡੀ ਤੋੜੀ, ਆਪਣਾ ਦੇਰ ਹੋ ਗਿਆ। ਵੋਟਾਂ ਦੀ ਗੱਲ ਕਰੀਏ ਤੇ ਜਿਹੜੀ ਤੁਹਾਡਾ ਵੋਟਾਂ ਮਿਲੀਆਂ ਨੇ, ਉਹਨਾਂ ਵੋਟਾਂ ਦੇ ਕੱਟਣ ਦੇ ਕਰਕੇ ਸਰਨਾ ਸਿਰਸਾ ਪਾਰਟੀ ਨੂੰ ਫਾਇਦਾ ਹੋਇਆ ਸੀ, ਬਾਦਲ ਪਾਰਟੀ ਨੂੰ ਫਾਇਦਾ ਹੋਇਆ। ਗੱਲ ਸੁਣੋ ਜੀ, ਉਸ ਤੋਂ ਬਾਅਦ ਤੁਸੀਂ ਦੇਖੋ, ਤੁਸੀਂ ਇੱਥੇ ਦਿੱਲੀ 'ਚ ਰਹਿਣ ਵਾਲੇ ਹੋ, ਇਹ ਪ੍ਰੈਸ ਦੇ ਵਿੱਚ ਲੈ ਆਓ ਜਿਹੜਾ ਮੇਰੇ ਤੇ ਰੋਪ ਲਾਵੇ, ਮੈਂ ਉਹਦਾ ਜਵਾਬ ਦਊਂਗਾ। ਅਸੀਂ ਨਰੋਲ ਇਹ ਚਾਹੁੰਦੇ ਆ ਕਿ ਸਾਡੇ ਗੁਰੂ ਦਾ ਮਿਸ਼ਨ ਜਿਹੜਾ ਉਹ ਜਿਉਂਦਾ ਰਹੇ, ਇਸ ਤੋਂ ਇਲਾਵਾ ਮੇਰੀ ਕੋਈ ਰੀਝ ਹੈ ਨਹੀਂ। ਤੋ ਜੇ ਅਸੀਂ ਕੋਈ ਕੋਸ਼ਿਸ਼ ਕਰਦੇ ਆ ਤੋ ਦੇਖੋ, ਕੋਸ਼ਿਸ਼ ਵੱਡੀਆਂ ਪਾਰਟੀਆਂ, ਵੱਡੀਆਂ ਦੇਖੋ, ਇੱਕ 35% 40% ਵੋਟ ਪੋਲਿੰਗ ਹੋਏ, 10,000 ਦਾ ਹਲਕਾ,
10,000 ਦੇ ਹਲਕੇ 'ਚੋਂ 40% ਪੋਲਿੰਗ ਹੋਈ, 4,000 ਹੋ ਗਈ, 5-5 ਉਮੀਦਵਾਰ ਖੜੇ ਹੋ ਗਏ। ਤਾਂ ਹਰੇਕ ਪਾਰਟੀ ਦਾ ਜਿਹੜਾ MC ਆ ਉਹ ਇੱਕ ਬੋਤਲ ਤੇ ਇੱਕ ਮੁਰਗੇ ਦੀ ਟੰਗ ਤੇ ਨਾਲ ਉਹ ਖਾਣ ਪੀਣ ਲਈ ਤੇ ਨਾਲ ਸ਼ਰਾਬ ਦੀ ਬੋਤਲ ਤੇ ਪੈਸੇ 500 ਰੁਪਇਆ ਘਰ ਘਰ ਪਹੁੰਚਾ ਦੇਵੇ ਤਾਂ ਘੱਟੋ ਘੱਟ 500-700 ਵੋਟ ਤੇ ਲੈ ਹੀ ਜਾਂਦਾ। ਜਿਹੜਾ 500-700 ਵੋਟ ਦਾ ਫਰਕ ਪਾ ਗਿਆ ਉਹ ਜਿੱਤ ਗਿਆ। ਲੇਕਿਨ ਮੰਨਦਾ ਕੋਈ ਵੀ ਨਹੀਂ ਕਿ ਅਸੀਂ ਸ਼ਰਾਬ ਵਰਤਾਈ ਹੈ। ਮੈਂ ਤੁਹਾਨੂੰ ਅਸਲੀਅਤ ਦੇਖੋ, ਮੈਂ ਤੁਹਾਨੂੰ ਅਸਲੀਅਤ ਦੱਸਦਾ। ਪਿਛਲੀਆਂ ਇਲੈਕਸ਼ਨਾਂ 'ਚ ਮੈਂ ਦੇਖਿਆ, ਉਸ ਤੋਂ ਪਿਛਲੇ ਮੈਂ ਨੋਟ ਇੱਕ ਮੈਂਬਰ ਜਿਹੜਾ ਇੱਕ ਦਿਨ 'ਚ ਜਿਹੜੇ ਸ਼ਰਾਬ ਪਿਲਾਉਂਦੇ ਨੇ 1.25 ਲੱਖ ਦੀ ਵਰਤਾਉਂਦੇ ਸ਼ਰਾਬ ਰੋਜ਼, ਤੇ ਘੱਟੋ ਘੱਟ 2-2 3-3 ਮੈਂਬਰ ਤੇ ਹੁੰਦੇ ਹੀ ਆ ਜਿਹੜੇ ਵਰਤਾਉਂਦੇ ਆ। ਹਾਂਜੀ, ਨਾ ਹੀ ਦੱਸ ਦਿਓ ਜਿਹੜੇ ਬਾਦਲ ਦਲ, ਸਰਨਾ ਦਲ, ਹੋਰ ਦੱਸੋ ਨਹੀਂ ਮੈਂਬਰਾਂ ਦਾ ਨਾਂ ਦੱਸ ਦਿਓ ਨਾ। ਮੈਂਬਰ ਤੇ ਹੁਣ ਜਿਹੜੇ ਉਹਨਾਂ ਦੇ ਨਾਲ ਖਲੋਤੇ ਆ ਤੇ ਜਿੱਤ ਉਹੀ ਉਹਨਾਂ ਦੇ ਨਾਂ ਲਊਂਗਾ ਮੈਂ, ਹੋਰ ਕਿਹਦੇ ਨਾਂ ਲਊਂਗਾ। ਤੋ ਤੁਸੀਂ ਉਹਨਾਂ ਦੇ ਕੋਲ ਸਲਿੱਪਾਂ ਮਿਲੀਆਂ ਨੇ ਇਲੈਕਸ਼ਨ ਕਮਿਸ਼ਨ ਦੀਆਂ, ਸਲਿੱਪਾਂ ਲੈ ਕੇ ਛਾਪ ਦਿਓ। ਤੋ ਭਾਈ ਸਾਹਿਬ 46 ਹਲਕਿਆਂ 'ਚ 3-3 ਮੈਂਬਰ 3-3 ਲੱਖ ਦੀ ਸ਼ਰਾਬ ਪਾਉਣਗੇ ਰੋਜ਼, ਤੇ ਅੰਮ੍ਰਿਤਪਾਨ ਤੇ ਇਹਨਾਂ ਨੇ ਇੱਕ ਦਿਨ ਨਹੀਂ ਕਰਾਇਆ ਇਹਨਾਂ ਮਹੀਨੇ 5 ਸਾਲਾਂ 'ਚ। ਤੋ ਸਾਡਾ ਰੋਣਾ ਇਹ ਆ ਕਿ ਤੁਸੀਂ ਇਸ ਸਿਸਟਮ ਨੂੰ ਇੰਨਾ ਗੰਦਲਾ ਕਰਤਾ ਕਿ ਸਿੱਖ ਬਦਜਨ ਹੋ ਗਿਆ, ਕੋਈ ਇਲੈਕਸ਼ਨ ਦੇ ਵਿੱਚ ਹਿੱਸਾ ਹੀ ਨਹੀਂ ਲੈਣਾ ਚਾਹੁੰਦਾ। ਸਾਡੀ ਇਹ ਪ੍ਰੋਬਲਮ ਆ ਕਿ ਜੇ ਇਸੇ ਤਰ੍ਹਾਂ ਰਿਹਾ ਤੇ ਫਿਰ ਪੈਸੇ ਲੈਣ ਵਾਲੇ ਤੇ ਸ਼ਰਾਬ ਪੀਣ ਵਾਲੇ ਵੋਟ ਪਾਉਣਗੇ, ਦੂਜਾ ਵੋਟ ਬਣਾਊਗਾ ਹੀ ਨਹੀਂ। ਤਾਂ ਅਸੀਂ ਤੇ ਇਸ ਪਾਸੇ ਵੱਲ ਕੁਛ ਤੋਰਾ, ਕੋਈ ਸਿੱਖ ਜਿਹੜੇ ਆ ਪੜ੍ਹੇ ਲਿਖੇ ਸਿੱਖ ਆ ਜਿਹੜੇ ਬਾਜਨ ਹੋਏ ਨੇ, ਉਹਨਾਂ ਨੂੰ ਸੁਧਾਰਨ ਲਈ ਅੱਗੇ ਆਉਣਾ ਚਾਹੀਦਾ। ਚੰਗੇ ਬੰਦਿਆਂ ਦੀ ਸਪੋਰਟ ਕਰਨ, ਭਾਵੇਂ ਕਿਸੇ ਦੇ ਨਾਲ ਵੀ ਹੋਣ। ਮੈਂ ਨਹੀਂ ਕਹਿੰਦਾ ਸਾਡੀ ਕਰਨ। ਦਿੱਲੀ ਵੋਟਰ ਵਾਸਤੇ ਤੁਸੀਂ ਕੋਈ ਅਪੀਲ ਕਰਨਾ ਚਾਹੁੰਦੇ ਹੋ? ਦਿੱਲੀ ਵੋਟਰਾਂ ਨੂੰ ਮੈਂ ਇਹੀ ਅਪੀਲ ਕਰਦਾ ਜੀ, ਆਪਣੀਆਂ ਵੋਟਾਂ ਬਣਵਾਓ ਵੱਡੀ ਤੋਂ ਵੱਡੀ ਤਾਦਾਦ 'ਚ ਤੇ ਪਾਓ, ਤੇ ਇਹ ਠੀਕ ਆਦਮੀ ਨੂੰ ਪਾਓ ਜਿਹੜਾ ਕਰਪਟ ਨਹੀਂਗਾ, ਜਿਹੜਾ ਕਰਪਟ ਆਦਮੀ ਦਾ ਸਪੋਰਟਰ ਨਹੀਂਗਾ।